Hello everyone, welcome to my YouTube channel. I am Priyanka Mahajan, Science Mistress from Government Girls Senior Secondary School, Loiyan Khas, Jalandhar. Today we will start chapter number 14, Sources of Energy. We will do part 1 of this chapter today. So let us start. Students, ਤੁਸੀਂ ਸਾਰਿਆਂ ਨੇ 9ਵੀਂ ਜਮਾਤ ਵਿੱਚ Law of Conservation of Energy ਬਾਰੇ ਪੜ੍ਹਿਆ ਹੈ. Beta, what is this law of conservation of energy? According to this law, energy can neither be created nor be destroyed. It can only be converted from one form to another. इस law ਦੇ according energy ਨਾ ਤੇ ਪੈਦਾ ਕੀਤੀ ਜਾ ਸਕਦੀ ਹੈ ਤੇ ਨਾ ਹੀ ਇਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ. ਇਸ ਨੂੰ ਕੇਵਲ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਰੂਪਾਂਤਰਿਤ ਕੀਤਾ ਜਾ ਸਕਦਾ ਹੈ. ਇਸ ਦੇ ਇੱਕ ਫਾਰਮ ਨੂੰ ਦੂਜੀ ਫਾਰਮ ਵਿੱਚ ਅਸੀਂ ਕਨਵਰਟ ਕਰ ਸਕਦੇ ਹਾਂ. ਬੇਟਾ, ਜੇ ਅਜਿਹਾ ਹੈ ਕਿ ਐਨਰਜੀ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਅਸੀਂ ਊਰਜਾ ਸੰਕਟ ਐਨਰਜੀ ਕ੍ਰਾਈਸਿਸ ਦੀ ਗੱਲ ਕਿਉਂ ਕਰਦੇ ਹਾਂ? ਦੈਨ ਵਾਈ ਦੇਅਰ ਇਜ਼ ਐਨਰਜੀ ਕ੍ਰਾਈਸਿਸ? ਤੁਸੀਂ ਅਖਬਾਰਾਂ ਵਿੱਚ ਪੜ੍ਹਿਆ ਹੋਣਾ ਹੈ, ਤੁਸੀਂ ਟੀਵੀ ਵਿੱਚ ਵੀ ਦੇਖਿਆ ਹੋਣਾ ਹੈ. ਊਰਜਾ ਨੂੰ ਬਚਾਉਣ ਲਈ ਕਿਹਾ ਜਾਂਦਾ ਹੈ, ਊਰਜਾ ਦੀ ਬਰਬਾਦੀ ਨੂੰ ਰੋਕਣ ਲਈ ਕਿਹਾ ਜਾਂਦਾ ਹੈ. ਅਜਿਹਾ ਕਿਉਂ? ਜੇ ਊਰਜਾ ਜਾਂ ਐਨਰਜੀ ਨਸ਼ਟ ਨਹੀਂ ਹੋ ਸਕਦੀ ਤਾਂ ਫਿਰ ਉਸ ਦਾ ਸੰਕਟ ਕਿਉਂ ਆ ਰਿਹਾ ਹੈ? ਬੇਟੇ, ਇਹ ਸਾਰੀ ਗੱਲਾਂ ਨੂੰ ਇਸ ਚੈਪਟਰ ਵਿੱਚ ਅਸੀਂ ਕਲੀਅਰ ਕਰਾਂਗੇ. ਸੋ ਤੁਹਾਡੇ ਇਸ ਕਨਸੈਪਟ ਨੂੰ ਕਲੀਅਰ ਕਰਨ ਲਈ ਮੈਂ ਕੁਝ ਐਗਜ਼ਾਮਪਲਸ ਦੀ ਹੈਲਪ ਨਾਲ ਤੁਹਾਨੂੰ ਸਮਝਾਵਾਂਗੀ. So students, first we will take the example of a candle. If we light a candle, the process is highly exothermic, so that the chemical energy in the wax is converted to the heat energy and light energy on burning. ਬੇਟਾ, ਜਦੋਂ ਅਸੀਂ ਕਿਸੇ ਹਨੇਰੇ ਕਮਰੇ ਵਿੱਚ ਮੋਮਬੱਤੀ ਜਲਾਉਂਦੇ ਹਾਂ ਤੇ ਉਸ ਸਮੇਂ ਜਿਹੜੀ ਮੋਮ ਦੀ ਰਸਾਇਣਿਕ ਜਿਹੜੀ ਊਰਜਾ ਹੈ ਮੀਨਸ ਕੈਮੀਕਲ ਐਨਰਜੀ ਹੈ ਉਹ ਕਨਵਰਟ ਹੋ ਜਾਂਦੀ ਹੈ ਲਾਈਟ ਐਂਡ ਹੀਟ ਐਨਰਜੀ ਵਿੱਚ. ਬੇਟਾ, ਹੁਣ ਐਨਰਜੀ ਦੀ ਇੱਕ ਫਾਰਮ ਕੈਮੀਕਲ ਐਨਰਜੀ ਆਫ ਵੈਕਸ ਕਨਵਰਟ ਹੋ ਗਈ ਐਨਰਜੀ ਦੀ ਦੂਸਰੀ ਫਾਰਮ ਵਿੱਚ ਮੀਨਸ ਲਾਈਟ ਐਂਡ ਹੀਟ ਐਨਰਜੀ ਵਿੱਚ. ਹੁਣ ਜੇਕਰ ਤੇ ਤੁਸੀਂ ਮੋਮਬੱਤੀ ਨੂੰ ਕਮਰੇ ਵਿੱਚ ਰੋਸ਼ਨੀ ਕਰਨ ਵਾਸਤੇ ਜਲਾਇਆ ਉਸ ਟਾਈਮ 'ਤੇ ਤੁਸੀਂ ਲਾਈਟ ਐਨਰਜੀ ਯੂਜ਼ ਕਰ ਰਹੇ ਹੋ, ਪਰ ਜਿਹੜੀ ਸਾਡੀ ਹੀਟ ਐਨਰਜੀ ਹੈ ਉਹ ਉਸ ਟਾਈਮ 'ਤੇ ਵੇਸਟ ਹੋ ਰਹੀ ਹੈ. ਪਰ ਜੇ ਤੁਸੀਂ ਮੋਮਬੱਤੀ ਦੀ ਜਿਹੜੀ ਵਰਤੋਂ ਹੈ ਉਹ ਕਿਸੇ ਐਕਸਪੈਰੀਮੈਂਟ ਵਿੱਚ ਕਿਸੇ ਚੀਜ਼ ਨੂੰ ਗਰਮ ਕਰਨ ਲਈ ਕਰ ਰਹੇ ਹੋ ਤਾਂ ਉਸ ਟਾਈਮ 'ਤੇ ਹੀਟ ਐਨਰਜੀ ਯੂਜ਼ ਹੋ ਰਹੀ ਹੈ, ਬਟ ਜਿਹੜੀ ਲਾਈਟ ਐਨਰਜੀ ਹੈ ਉਹ ਸਾਡੇ ਕੰਮ ਨਹੀਂ ਆ ਰਹੀ. ਇਸ ਦਾ ਮਤਲਬ ਐਨਰਜੀ ਇੱਕ ਫਾਰਮ ਤੋਂ ਦੂਜੀ ਫਾਰਮ ਵਿੱਚ ਕਨਵਰਟ ਤਾਂ ਹੋ ਰਹੀ ਹੈ, ਪਰ ਕਨਵਰਜਨ ਤੋਂ ਬਾਅਦ ਜਿਹੜੀ ਦੂਸਰੀ ਫਾਰਮ ਬਣ ਰਹੀ ਹੈ ਉਸ ਵਿੱਚ ਜ਼ਰੂਰੀ ਨਹੀਂ ਕਿ ਐਨਰਜੀ ਦੀ ਜਿਹੜੀ ਦੂਜੀ ਫਾਰਮ ਹੈ ਦੋਨੋਂ ਹੀ ਸਾਡੇ ਕੰਮ ਆਉਣ, ਕਿਉਂਕਿ ਜਦੋਂ ਤੁਸੀਂ ਲਾਈਟ ਐਨਰਜੀ ਦੀ ਯੂਜ਼ ਕਰ ਰਹੇ ਹੋ ਹੀਟ ਐਨਰਜੀ ਵੇਸਟ ਹੋ ਰਹੀ ਹੈ, ਅਤੇ ਜਦੋਂ ਤੁਸੀਂ ਹੀਟ ਐਨਰਜੀ ਦਾ ਯੂਜ਼ ਕਰ ਰਹੇ ਹੋ ਲਾਈਟ ਐਨਰਜੀ ਜਿਹੜੀ ਹੈ ਉਹ ਇਨਵਾਇਰਮੈਂਟ ਵਿੱਚ ਜਾ ਰਹੀ ਹੈ. ਮੀਨਸ ਐਨਰਜੀ ਯੂਜ਼ੇਬਲ ਫਾਰਮ ਵਿੱਚ ਵੀ ਹੈ ਅਤੇ ਐਨਰਜੀ ਦਾ ਕੁਝ ਜਿਹੜਾ ਫਾਰਮ ਹੈ ਉਹ ਅਨਯੂਜ਼ੇਬਲ ਵੀ ਹੈ. So students, we consider one more example. Now suppose we take 100 milliliter of water which has temperature approximately 75 degrees Celsius to 100 degrees Celsius and leave it in a room where the temperature is 298 Kelvin or 25 degrees Celsius. Then what will happen? ਬੇਟਾ, ਇਸ ਉਦਾਹਰਨ ਵਿੱਚ ਮੈਂ ਬੋਲਿਆ ਕਿ ਤੁਸੀਂ ਇੱਕ ਕੰਟੇਨਰ ਵਿੱਚ ਹੌਟ ਵਾਟਰ ਲੈ ਲਓ 75 ਤੋਂ 100 ਡਿਗਰੀ ਸੈਲਸੀਅਸ ਦੇ ਵਿੱਚ ਜਿਹਦਾ ਟੈਂਪਰੇਚਰ ਹੋਏ, ਅਤੇ ਇਸ ਪਾਣੀ ਨੂੰ ਤੁਸੀਂ ਰੱਖ ਦਿਓ ਇੱਕ ਕਮਰੇ ਵਿੱਚ ਅਤੇ ਥੋੜ੍ਹੀ ਦੇਰ ਉਸਨੂੰ ਕਮਰੇ ਵਿੱਚ ਪਿਆ ਰਹਿਣ ਦਿਓ, ਮਤਲਬ 1 ਘੰਟੇ ਵਾਸਤੇ ਤੁਸੀਂ ਉੱਥੇ ਪਿਆ ਰਹਿਣ ਦਿਓ. ਤੁਸੀਂ 1 ਘੰਟੇ ਬਾਅਦ ਕੀ ਦੇਖੋਗੇ? ਤੁਸੀਂ ਦੇਖੋਗੇ ਕਿ ਪਾਣੀ ਜਿਹੜਾ ਹੈ ਉਹਦਾ ਟੈਂਪਰੇਚਰ ਘਟ ਗਿਆ, ਮਤਲਬ ਪਾਣੀ ਠੰਡਾ ਹੋ ਗਿਆ. ਅਜਿਹਾ ਕਿਉਂ ਹੋਇਆ? ਹੁਣ ਜਿਹੜੀ ਇਨਵਾਇਰਮੈਂਟ ਵਿੱਚ ਪਾਣੀ ਦੀ ਹੀਟ ਐਨਰਜੀ ਚਲੀ ਗਈ, ਉਸ ਐਨਰਜੀ ਨੂੰ ਤੁਸੀਂ ਕਿਸੇ ਤਰੀਕੇ ਨਾਲ ਵਾਪਸ ਨਹੀਂ ਲੈ ਸਕਦੇ ਅਤੇ ਉਸ ਨਾਲ ਤੁਸੀਂ ਪਾਣੀ ਨੂੰ ਦੁਬਾਰਾ ਗਰਮ ਨਹੀਂ ਕਰ ਸਕਦੇ. ਸੋ ਸਟੂਡੈਂਟਸ, ਵੀ ਵਿਲ ਟੇਕ ਵਨ ਮੋਰ ਐਗਜ਼ਾਮਪਲ. ਇਫ ਵੀ ਡਰੋਪ ਅ ਪਲੇਟ ਫਰੋਮ ਅ ਹਾਈਟ, the potential energy of the plate is converted mostly to the sound energy when it hits the ground. ਜਦੋਂ ਅਸੀਂ ਕਿਸੇ ਪਲੇਟ ਨੂੰ ਹਾਈਟ ਤੋਂ ਜ਼ਮੀਨ 'ਤੇ ਸੁੱਟਦੇ ਹਾਂ ਤਾਂ ਪਲੇਟ ਦੀ ਜਿਹੜੀ ਪੋਟੈਂਸ਼ੀਅਲ ਐਨਰਜੀ ਹੈ ਉਹ ਸਾਊਂਡ ਐਨਰਜੀ ਵਿੱਚ ਕਨਵਰਟ ਹੋ ਜਾਂਦੀ ਹੈ ਜਦੋਂ ਪਲੇਟ ਜ਼ਮੀਨ ਨਾਲ ਟਕਰਾਉਂਦੀ ਹੈ, ਅਤੇ ਇਹ ਜਿਹੜੀ ਸਾਊਂਡ ਐਨਰਜੀ ਹੈ ਇਹ ਇਨਵਾਇਰਮੈਂਟ ਵਿੱਚ ਚਲੀ ਜਾਂਦੀ ਹੈ. ਅਤੇ ਬੇਟਾ, ਅਸੀਂ ਉਸ ਸਾਊਂਡ ਐਨਰਜੀ ਨੂੰ ਰੀਯੂਜ਼ ਕਰਕੇ ਪੋਟੈਂਸ਼ੀਅਲ ਐਨਰਜੀ ਵਿੱਚ
ਫਿਰ ਤੋਂ ਕਨਵਰਟ ਨਹੀਂ ਕਰ ਸਕਦੇ। ਇਸ ਤਰ੍ਹਾਂ ਅਸੀਂ ਇਹਨਾਂ ਸਾਰੀ ਐਗਜ਼ਾਮਪਲਸ ਵਿੱਚ ਪੜ੍ਹਿਆ ਕਿ ਐਨਰਜੀ ਇੱਕ ਫਾਰਮ ਤੋਂ ਦੂਜੀ ਫਾਰਮ ਵਿੱਚ ਤਾਂ ਕਨਵਰਟ ਹੋ ਗਈ, ਬਟ ਕਨਵਰਟ ਹੋਣ ਤੋਂ ਬਾਅਦ ਐਨਰਜੀ ਜਿਹੜੀ ਹੈ ਉਸਦੀ ਯੂਜ਼ੇਬਲ ਅਤੇ ਅਨਯੂਜ਼ੇਬਲ ਦੋ ਫਾਰਮਸ ਹਨ। ਇੱਕ ਫਾਰਮ ਜਿਸ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਅਤੇ ਇੱਕ ਫਾਰਮ ਜਿਹੜੀ ਸਾਡੇ ਯੂਜ਼ ਵਿੱਚ ਨਹੀਂ ਆਉਂਦੀ, ਉਹ ਵਾਤਾਵਰਨ ਵਿੱਚ ਚਲੀ ਜਾਂਦੀ ਹੈ। So beta, we also see that energy in the usable form is dissipated to the surrounding in less usable form। ਕਿ ਜਿਹੜੀ ਐਨਰਜੀ ਸੀ ਯੂਜ਼ੇਬਲ ਫਾਰਮ ਵਾਲੀ, ਉਹ ਜਦੋਂ ਇਨਵਾਇਰਮੈਂਟ ਵਿੱਚ ਚਲੀ ਗਈ ਅਤੇ ਉਹ ਲੈਸ ਯੂਜ਼ੇਬਲ ਫਾਰਮ ਵਿੱਚ ਕਨਵਰਟ ਹੋ ਗਈ, ਮਤਲਬ ਉਹ ਸਾਡੇ ਵਰਤੋਂਯੋਗ ਨਹੀਂ ਰਹੀ। ਅਸੀਂ ਐਨਰਜੀ ਦੀ ਗੱਲ ਕਰ ਰਹੇ ਹਾਂ, ਪਰ ਇਹ ਐਨਰਜੀ ਸਾਨੂੰ ਮਿਲਦੀ ਕਿੱਥੋਂ ਹੈ? ਇਸ ਐਨਰਜੀ ਦਾ ਸੋਰਸ ਕੀ ਹੈ? ਅਤੇ ਬੇਟੇ ਸੋਰਸ ਆਫ ਐਨਰਜੀ ਬਾਰੇ ਪੜ੍ਹਾਂਗੇ। ਸੋਰਸ ਆਫ ਐਨਰਜੀ ਹੁੰਦਾ ਕੀ ਹੈ? It is one which can provide adequate amount of energy in a convenient form over a long period of time। बेटे एनर्जी सोर्स मतलब अजिहा सोर्स है जो एडिक्वेट अमाउंट ऑफ एनर्जी प्रोवाइड करता है कन्वीनियंट फॉर्म विच, ते उसनों असी काफ़ी लंबे समय ਲਈ यूज़ कर सकते हैं। फॉर एग्जाम्पल जिस तरह वुड है, लकड़ी, ये एनर्जी का सोर्स है। वाटर तो भी सानू एनर्जी मिलती है। विंड ਦਾ ਵੀ ਯੂਜ਼ ਹੁੰਦਾ ਹੈ ਐਨਰਜੀ ਕ੍ਰੀਏਟ ਕਰਨ ਲਈ, ਇਸ ਤੋਂ ਅਸੀਂ ਇਲੈਕਟ੍ਰੀਸਿਟੀ ਕ੍ਰੀਏਟ ਕਰ ਸਕਦੇ ਹਾਂ। ਕੋਲ, ਸਨ, ਪੈਟਰੋਲ, LPG, ਇਹ ਸਾਰੇ ਐਨਰਜੀ ਦੇ ਸੋਰਸਿਸ ਹਨ। ਨਾਓ ਨੈਕਸਟ ਇਜ਼ ਕਰੈਕਟਰਿਸਟਿਕ ਆਫ ਗੁੱਡ ਸੋਰਸਿਸ ਆਫ ਐਨਰਜੀ। ਬੇਟਾ ਸੋਰਸ ਆਫ ਐਨਰਜੀ ਬਾਰੇ ਤਾਂ ਅਸੀਂ ਪੜ੍ਹਿਆ, ਹੁਣ ਕਿਹੜਾ ਸੋਰਸ ਵਧੀਆ ਸੋਰਸ ਹੈ ਐਨਰਜੀ ਦਾ, ਗੁੱਡ ਸੋਰਸ ਹੈ। ਇੱਕ ਗੁੱਡ ਸੋਰਸ ਆਫ ਐਨਰਜੀ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹੈ, ਉਹ ਅਸੀਂ ਪੜ੍ਹਾਂਗੇ ਹੁਣ ਇਸ ਟੌਪਿਕ ਵਿੱਚ। ਸੋ ਅ ਗੁੱਡ ਸੋਰਸ ਆਫ ਐਨਰਜੀ ਹੈਜ਼ ਦ ਫੋਲੋਇੰਗ ਕਰੈਕਟਰਿਸਟਿਕਸ। ਸੇਫ ਐਂਡ ਈਜ਼ੀ ਟੂ ਯੂਜ਼। ਬੇਟੇ ਜਿਹੜਾ ਗੁੱਡ ਸੋਰਸ ਆਫ ਐਨਰਜੀ ਹੈ ਉਹ ਸੇਫ ਹੋਣਾ ਚਾਹੀਦਾ ਹੈ ਅਤੇ ਉਸਨੂੰ ਯੂਜ਼ ਕਰਨਾ ਬਹੁਤ ਆਸਾਨ ਹੋਣਾ ਚਾਹੀਦਾ ਹੈ। ਸੈਕਿੰਡਲੀ ਈਜ਼ੀ ਟੂ ਟਰਾਂਸਪੋਰਟ, ਉਸਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣਾ ਵੀ ਆਸਾਨ ਹੋਣਾ ਚਾਹੀਦਾ ਹੈ। थर्ड वन इज़ ईजी टू स्टोर, उसका भंडारण करना, उसनों स्टोर करना ईजी होना चाहिए। नाउ नेक्स्ट इज़ लार्ज अमाउंट ऑफ वर्क पर यूनिट वॉल्यूम और मास। उसका पर यूनिट वॉल्यूम जिहड़ा है वो लार्ज अमाउंट ऑफ वर्क करता होए, मतलब उस तो सानू बहुत ज़्यादा एनर्जी मिलती होए। लास्ट इज़ इकोनॉमिकल, वो सस्ता होना चाहिए। इकोनॉमिकल होना चाहिए मीनस वो बहुता महंगा नहीं होना चाहिए, ताकि उसनों हर कोई आसानी नाल यूज़ कर सके। नैक्सट इज़ फ्यूल। बेटा फ्यूल की हुंदा है द मटीरियल विच आर बर्नड टू प्रोड्यूस हीट एनर्जी आर नोन एज फ्यूल्स। बेटा अजिहे मटीरियल्स जिन्होंने तुसी जला के ताप ऊर्जा जिहड़ी है प्राप्त करते हो, उसनों असी की कहने आ, फ्यूल्स कहने आ। जिस तरह वुड लकड़ी, कैरोसिन मिट्टी का तेल, ਪੈਟਰੋਲ, ਡੀਜ਼ਲ, LPG, ਇਹ ਸਾਰੇ ਜੋ ਹਨ ਉਹ ਫਿਊਲ ਦੀ ਉਦਾਹਰਨਾਂ ਹਨ। ਬੇਟਾ ਤੁਸੀਂ ਦੇਖਿਆ ਕਿ ਸੋਰਸਿਸ ਆਫ ਐਨਰਜੀ ਜ਼ਿਆਦਾਤਰ ਜਿਹੜੇ ਹਨ ਉਹ ਫਿਊਲ ਦੀ ਫਾਰਮ ਵਿੱਚ ਹੀ ਹਨ। ਸੋ ਬੇਟਾ ਨੈਕਸਟ ਇਜ਼ ਕਰੈਕਟਰਿਸਟਿਕਸ ਆਫ ਐਨ ਆਈਡਲ ਫਿਊਲ ਔਰ ਗੁੱਡ ਫਿਊਲ। ਕੋਈ ਫਿਊਲ ਜਿਹੜਾ ਉਹ ਆਈਡਲ ਜਾਂ ਗੁੱਡ ਕਿਸ ਤਰ੍ਹਾਂ ਹੋਏਗਾ, ਮਤਲਬ ਵਧੀਆ ਜਿਹੜਾ ਬਾਲਣ ਹੈ ਉਹ ਕਿਹੜਾ ਬਾਲਣ ਹੈ, ਉਸ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਆ, ਉਹ ਅਸੀਂ ਹੁਣ ਪੜ੍ਹਨਾ ਇਹਦੇ ਵਿੱਚ। ਨੰਬਰ ਫਸਟ, ਇਟ ਸ਼ੁੱਡ ਹੈਵ ਹਾਈ ਕੈਲੋਰੀਫਿਕ ਵੈਲਿਊ। ਉਸਦੀ कैलोरीफिक वैल्यू जी है वो हाई होनी चाहिए है, उस तो सानू काफ़ी अमाउंट ऑफ एनर्जी पर यूनिट वॉल्यूम मिलना चाहिए है। उस तो बाद इट शुड हैव मॉडरेट इग्निशन टैंपरेचर। उसका जिहड़ा इग्निशन टैंपरेचर है वो मॉडरेट होना चाहिए, मीनस ना ज़्यादा वध ते ना ज़्यादा घट। इट शुड नॉट प्रोड्यूस एनी स्मोक और हार्मफुल गैस, वो धुआं या कोई जहरीली गैस पैदा ना करता होए। इट शुड बी चीप एंड ईजीली अवेलेबल, वो सस्ता होए ते आसानी नाल मिल सके। इट शुड बी ईजी टू हैंडल एंड सेफ टू ट्रांसपोर्ट, उसनों आसानी नाल हैंडल किया जा सके तो उसनों एक थां तो दूजी थां ते भी आसानी नाल लिजाया जा सके। नाउ नैक्सट इज़ इट शुड नॉट प्रोड्यूस एनी ऐश आफ्टर बर्निंग, वो जलाउण तो बाद कोई भी राख वगैरह पैदा ना करता होए। बेटे इस तरह साडा अज दा टॉपिक तो खत्म होया। हुण तुहाडी किताब दे कुछ क्वेश्चनस है वो असीं डिस्कस करांगे। नाउ फर्स्ट इज़ वॉट इज़ अ गुड सोर्स ऑफ एनर्जी। ये असीं हुणे ही डिस्कस किया है। गुड सोर्स ऑफ एनर्जी तुसीं किसनूं कहोगे? सो बेटा गुड सोर्स ऑफ एनर्जी इज़ दैट सोर्स विच वुड डू अ लार्ज अमाउंट ऑफ वर्क पर यूनिट वॉल्यूम और मास, विच इज़ ईजीली accessible, which is easy to store and transport, and which is economical। तो बेटा असी ये सारे पॉइंट्स पहले भी डिस्कस किए हैं। नेक्स्ट क्वेश्चन इज़ व्हाट इज़ अ गुड फ्यूल। बेटे गुड फ्यूल इज़ दैट फ्यूल विच इज़
easy to handle, easy to store, which cannot produce any smoke, which cannot produce any poisonous gas, which cannot produce ashes, which has moderate ignition temperature, which has high calorific value. All the fuels which have these characteristics are good fuels. So example of good fuel is LPG, ਜਿਹੜੀ ਤੁਸੀਂ ਘਰ ਵਿੱਚ use ਕਰਦੇ ਹੋ. Next question. If you could use any source of energy for heating your food, which one would you use and why? ਕਹਿੰਦੇ ਕਿ ਜੇ ਤੁਸੀਂ ਆਪਣਾ ਖਾਣਾ ਪਕਾਉਣ ਲਈ ਕੋਈ ਸੋਰਸ ਯੂਜ਼ ਕਰਨਾ ਹੈ એનર્ਜੀ ਦਾ, ਤੇ ਤੁਸੀਂ ਕਿਹੜਾ ਸੋਰਸ ਯੂਜ਼ ਕਰੋਗੇ ਤੇ ਕਿਉਂ? ਬੇਟੇ ਤੁਸੀਂ LPG ਯੂਜ਼ ਕਰੋਗੇ, ਹੈ ਨਾ, ਲਿਕੁਇਫਾਈਡ ਪੈਟਰੋਲੀਅਮ ਗੈਸ, द्रवित ਪੈਟਰੋਲੀਅਮ ਗੈਸ ਜਿਸ ਨੂੰ ਤੁਸੀਂ ਕਹਿੰਦੇ ਹੋ. ਸੋ ਆਈ ਵੁੱਡ ਯੂਜ਼ LPG ਬਿਕੋਜ਼, ਕਿਉਂ ਤੁਸੀਂ ਉਹ ਯੂਜ਼ ਕਰੋਗੇ? ਬਿਕੋਜ਼ ਇਟ ਹੈਜ਼ ਹਾਈ ਕੈਲੋਰੀਫਿਕ ਵੈਲਿਊ, it does not produce any smoke, it does not produce any ash, it does not produce any poisonous gas, and it is easy to transport. Overall, we can say that it is an ideal fuel, so we use LPG for our cooking purpose. ਸੋ ਬੇਟਾ ਅੱਜ ਦਾ ਟੌਪਿਕ ਤੇ ਮੈਨੂੰ ਲੱਗਦਾ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ. ਤੁਸੀਂ ਇਹ ਕੁਐਸਚਨ ਆਪਣੀ ਕਾਪੀ ਵਿੱਚ ਜ਼ਰੂਰ ਲਿਖ ਲੈਣੇ ਹੈ ਤੇ ਇਹਨਾਂ ਨੂੰ ਯਾਦ ਵੀ ਕਰ ਲੈਣਾ ਹੈ. ਥੈਂਕ ਯੂ ਵੈਰੀ ਮੱਚ.